ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। BC 'ਚ ਜੂਨ ਦਾ ਮਹੀਨਾ ਹੋਇਆ ਠੰਡਾ, ਕਿਤੇ ਪੈ ਰਹੀ ਹੈ ਬਰਫ਼ ਤੇ ਕਿਤੇ ਹੜ੍ਹਾਂ ਦੀ ਚੇਤਾਵਨੀ। ਮਈ 'ਚ ਘਰਾਂ ਦੀ ਵਿਕਰੀ 'ਚ ਆਈ 22% ਦੀ ਗਿਰਾਵਟ, ਵਿਆਜ ਦਰਾਂ ਨੇ ਹਾਊਸਿੰਗ ਮਾਰਕੀਟ ਕੀਤੀ ਠੰਡੀ। ਜਿੱਥੇ ਖਬਰਾਂ ਵਿਸਥਾਰ ਦੇ ਨਾਲ, ਔਰ ਸਭ ਤੋਂ ਪਹਿਲਾਂ ਇਸ ਵੇਲੇ ਦੀ ਵੱਡੀ ਖਬਰ ਦੇ ਉੱਤੇ ਨਜ਼ਰ ਪਾ ਲੈਂਦੇ ਹਾਂ। ਵੱਡੀ ਖਬਰ ਦੇ ਮੁਤਾਬਕ ਸਰੀ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਪਾਸੇ ਮੇਅਰ ਚੋਣਾਂ ਦੀਆਂ ਸਰਗਰਮੀਆਂ ਕਾਫੀ ਤੇਜ਼ੀ ਨਾਲ ਚੱਲ ਰਹੀਆਂ ਨੇ, ਦੂਜੇ ਪਾਸੇ ਡਗ ਮਕੱਲਮ ਦੇ ਮਾਮਲੇ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। CBC ਨਿਊਜ਼ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਜੋ ਡਗ ਮਕੱਲਮ ਨੇ ਆਪਣੀ ਗੱਲ ਰੱਖੀ ਹੈ ਉਹ ਬਿਲਕੁਲ ਸਹੀ ਹੈ। ਜਾਣਕਾਰੀ ਮੁਤਾਬਕ ਦੱਸ ਦਈਏ ਕਿ ਹਾਦਸੇ ਨੂੰ ਲੈ ਕੇ ਜੋ ਕੁਝ ਇਸ ਵੇਲੇ ਡਗ ਮਕੱਲਮ ਨੇ ਕਿਹਾ ਸੀ ਉਹ ਸਹੀ ਜਾਣਕਾਰੀ ਮੰਨੀ ਜਾ ਰਹੀ ਹੈ। ਇਸ ਪਿੱਛੇ ਜੋ ਕਾਰਨ ਦੱਸੇ ਗਏ ਨੇ ਉਹਨਾਂ ਦੇ ਮੁਤਾਬਕ ਡਗ ਮਕੱਲਮ ਦੀ ਮੈਡੀਕਲ ਰਿਪੋਰਟ ਇਹ ਗੱਲ ਨੂੰ ਦਰਸਾ ਰਹੀ ਹੈ ਕਿ ਉਹਨਾਂ ਦੇ ਪੈਰ ਤੇ ਸੱਟ ਲੱਗੀ ਸੀ। ਐਕਸਰੇ ਦੇ ਵਿੱਚ ਇਹ ਵੀ ਸਪਸ਼ਟ ਹੈ ਕਿ ਪੈਰ ਦਾ ਟਿਸ਼ੂ ਡੈਮੇਜ ਹੋਇਆ। ਸਰਚ ਵਾਰੰਟ ਦੇ ਵਿੱਚ ਇਹ ਗੱਲ ਕਲੀਅਰ ਹੈ ਕਿ PSarch ਹਸਪਤਾਲ ਦੇ ਵਿੱਚ ਮੈਡੀਕਲ ਰੈਕਟ ਇਸ ਗੱਲ ਨੂੰ ਸ਼ੋ ਕਰ ਰਿਹਾ ਹੈ। ਹਾਦਸੇ ਵਾਲੀ ਥਾਂ ਤੇ ਕੁਝ ਝਾੜੀਆਂ ਦਿਖਾਈ ਦਿੱਤੀਆਂ ਜਿੱਥੇ ਕੋਈ ਵੀਡੀਓ ਤਾਂ ਸ਼ੋ ਨਹੀਂ ਕਰ ਰਹੀ, ਯਾਨੀ ਪੈਰ ਨਹੀਂ ਦਿਖਾਈ ਦੇ ਰਿਹਾ, ਪਰ ਜਦੋਂ ਕਾਰ ਲੰਘ ਰਹੀ ਹੈ ਤਾਂ ਡਗ ਮਕੱਲਮ ਦੀ ਮੂਵਮੈਂਟ ਜ਼ਰੂਰ ਦੇਖੀ ਜਾ ਰਹੀ ਹੈ ਕਿ ਉਹਨਾਂ ਦੇ ਪੈਰ ਨੂੰ ਕੁਝ ਹੋਇਆ ਹੈ। ਇੱਥੋਂ ਤੱਕ ਕਿ ਵੀਡੀਓ ਕਲੀਅਰ ਸ਼ੋ ਕਰ ਰਹੀ ਹੈ ਕਿ ਮਕੱਲਮ ਜੋ ਕਿ ਕਲੇਮ ਕਰ ਰਹੇ ਸੀ ਉਹ ਬਿਲਕੁਲ ਠੀਕ ਹੈ। ਇੰਨਾ ਹੀ ਨਹੀਂ, CBC ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਵਾਰੰਟ ਕਹਿ ਰਹੇ ਨੇ ਕਿ ਜੌਨਸਟਨ ਜੋ ਕਿ ਇਸ ਵੇਲੇ ਕਟਹਿਰੇ ਦੇ ਵਿੱਚ ਹੈ, ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਇਸ ਦੀ ਇੱਕ ਸਟੇਟਮੈਂਟ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਜੇ ਉਸ ਦਾ ਵੱਸ ਚੱਲਦਾ ਤਾਂ ਉਹ ਮਕੱਲਮ ਦੇ ਉੱਤੇ ਗੱਡੀ ਚੜਾ ਦਿੰਦੀ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਰਹੀ ਹੈ। ਦੱਸਦੇ ਕਿ ਇਸ ਤੋਂ ਪਹਿਲਾਂ ਗਲੋਬਲ ਨਿਊਜ਼ ਨੇ ਵੀ ਇਹ ਗੱਲ ਕਹੀ ਸੀ ਕਿ ਪਾਰਸ਼ਲ ਵੀਡੀਓ ਹੁਣ ਤੱਕ ਇਸ ਮਾਮਲੇ ਸੰਬੰਧੀ ਦੇਖੀਆਂ ਗਈਆਂ ਨੇ। ਹੁਣ ਦੀ ਜਾਣਕਾਰੀ ਬਿਲਕੁਲ ਤਾਜ਼ਾ ਜਾਣਕਾਰੀ ਮੰਨੀ ਗਈ ਹੈ। ਇਸ ਵੇਲੇ ਸਾਰੇ ਮਾਮਲੇ ਦੇ ਵਿੱਚ ਇੱਕ ਗੱਲ ਹੋਰ ਤੈਅ ਹੈ ਕਿ ਸਰੀ ਦੇ ਵਿੱਚ ਲੋਕਲ ਪੁਲਿਸ ਬਣਨ ਜਾ ਰਹੀ ਹੈ ਤੇ ਅਜੇ RCMP ਵੀ ਸਿਟੀ ਦੇ ਵਿੱਚ ਮੌਜੂਦ ਹੈ। ਪਰ ਵੱਡਾ ਸਵਾਲ ਇਹ ਹੈ ਕਿ ਹਜ਼ਾਰਾਂ ਕੇਸ ਸਿਟੀ ਨਾਲ ਰਿਲੇਟਡ ਜਿਹੜੇ ਨੇ, ਪਬਲਿਕ ਨਾਲ ਰਿਲੇਟਡ ਨੇ, ਆਮ ਲੋਕਾਂ ਦੇ ਨਾਲ ਜੁੜੇ ਹੋਏ ਨੇ, ਉਹ ਅਜੇ ਵੀ ਪੈਂਡਿੰਗ ਪਏ ਨੇ। ਪਰ ਮੇਅਰ ਡਗ ਮਕੱਲਮ ਦਾ ਮਾਮਲਾ ਬੜੀ ਤੇਜ਼ੀ ਦੇ ਨਾਲ ਮੂਵ ਕਰ ਰਿਹਾ ਹੈ। ਇਸ ਵੇਲੇ ਜੂਨ ਦਾ ਮਹੀਨਾ, ਯਾਨੀ ਜੂਨ ਦੇ ਅੱਧ ਵਿੱਚ ਅਸੀਂ ਆ ਚੁੱਕੇ ਹਾਂ, ਪਰ ਪਿਛਲੇ ਜੂਨ ਦੇ ਵਿੱਚ ਜਿਸ ਤਰ੍ਹਾਂ ਦੀ ਗਰਮੀ ਮਹਿਸੂਸ ਕੀਤੀ ਜਾ ਰਹੀ ਸੀ ਉਹ ਇਸ ਵਾਰ ਦਿਖਾਈ ਨਹੀਂ ਦੇ ਰਹੀ। ਯਾਨੀ ਕਿ ਗਰਮੀ ਹਜੇ ਸਟਾਰਟ ਹੀ ਨਹੀਂ ਹੋ ਰਹੀ। ਮੌਸਮ ਕਾਫੀ ਜ਼ਿਆਦਾ ਕਰਵਟ ਜਿਹੜੀ ਹੈ ਉਹ ਬਦਲ ਰਿਹਾ ਹੈ। ਕਿਤੇ ਬਾਰਿਸ਼ ਹੋ ਰਹੀ ਹੈ ਬਹੁਤ ਜ਼ਿਆਦਾ, ਤੇ ਕਿਤੇ ਬਰਫ਼ ਪੈ ਰਹੀ ਹੈ, ਤੇ ਕਿਤੇ ਹੜ੍ਹਾਂ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਕਿ ਵਾਕਈ ਇਹ ਜੂਨ ਦਾ ਮਹੀਨਾ ਹੈ। ਇਸ ਵੇਲੇ ਦੇਖਦੇ ਹਾਂ ਕਿ ਕਿੱਥੇ ਕੀ ਕੁਝ ਸਰਗਰਮੀਆਂ ਹੋਣ ਜਾ ਰਹੀਆਂ ਸੀ, ਜਿੱਥੇ ਮੌਸਮ ਦੇ ਕਰਕੇ ਜਿਹੜੀਆਂ ਨੇ ਉਹ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਹੋ ਰਹੀਆਂ ਨੇ। ਖਾਸ ਕਰਕੇ BC ਵਾਸੀ ਜਿਹੜੇ ਨੇ ਉਹ ਇਸ ਮੌਸਮ ਦਾ ਜਿਹੜਾ ਲੁਤਫ ਤਾਂ ਉਠਾ ਰਹੇ ਨੇ। ਹਾਲਾਂਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਜਦੋਂ ਘਰਾਂ ਤੋਂ ਬਾਹਰ ਨਿਕਲਣਾ ਤਾਂ ਉਹ ਕੱਪੜੇ ਗਰਮ ਪਾਉਣ ਜਾਂ ਠੰਡੇ ਪਾਉਣ। ਜਿਵੇਂ ਕਿ ਅਸੀਂ ਜੂਨ ਦੇ ਅੱਧ ਵਿਚਾਲੇ ਪਹੁੰਚ ਰਹੇ ਹਾਂ, ਪਰ ਅਜੇ ਤੱਕ ਮੌਸਮ ਦੀ ਤਬਦੀਲੀ ਯਾਨੀ ਬੇਮੌਸਮੀ ਹਾਲਾਤ ਹਿੱਸਾ ਬਣ ਰਹੇ ਨੇ। ਵਕਤੈਗਨ ਦੇ ਵਿੱਚ ਐਮਰਜੈਂਸੀ ਦੀ ਇੱਕ ਸਥਾਨਕ ਸਥਿਤੀ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਇਹ ਸੂਬੇ ਦੇ ਦੂਜੇ ਹਿੱਸਿਆਂ ਵਿੱਚ ਗਰਮੀਆਂ ਨਾਲੋਂ ਸਰਦੀਆਂ ਵਾਂਗ ਮਹਿਸੂਸ ਕਰ ਰਿਹਾ ਹੈ। ਕਲੋਨਾ ਸ਼ਹਿਰ ਦੇ ਆਸੇ-ਪਾਸੇ ਦੀਆਂ ਪਹਾੜੀਆਂ ਵਿੱਚ ਭਾਰੀ ਮੀਂਹ ਮਹਿਸੂਸ ਕੀਤਾ ਜਾ ਰਿਹਾ ਹੈ ਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਦੇ ਨਾਲ ਮਿਸ਼ਨ ਕ੍ਰੀਕ ਖੇਤਰ ਦੇ ਵਿੱਚ ਮੰਗਲਵਾਰ ਨੂੰ ਐਲਾਨ ਕੀਤਾ ਗਿਆ। ਮੰਗਲਵਾਰ ਦੁਪਹਿਰ ਤੱਕ ਵਾਟਰਵੇ ਅੱਧੇ ਮੀਟਰ ਤੋਂ ਵੱਧ ਉੱਚਾ ਹੋ ਗਿਆ ਸੀ ਤੇ ਦੋ ਹੋਰ ਸਥਾਨਕ ਨਦੀਆਂ ਦੇ ਨਾਲ ਵਾਧੂ ਹੜ੍ਹਾਂ ਦੇ ਨਾਲ ਇਸ ਦੇ ਕਿਨਾਰਿਆਂ ਨੂੰ ਫੈਲਾ ਰਿਹਾ ਸੀ, ਜਿਸ ਨਾਲ ਸੰਪਤੀਆਂ ਪ੍ਰਭਾਵਿਤ ਹੋ ਰਹੀਆਂ ਸਨ ਤੇ ਕੁਝ ਸੜਕਾਂ ਨੂੰ ਬੰਦ ਕਰਨ ਤੇ ਪਾਬੰਦੀਆਂ ਦੇ ਲਈ ਮਜਬੂਰ ਕੀਤਾ ਗਿਆ ਸੀ। ਸ਼ਹਿਰ ਪੁਲਾਂ ਦਾ ਮੁਆਇਨਾ ਕਰ ਰਿਹਾ ਹੈ ਤੇ ਪਾਣੀ ਦੇ ਪੱਧਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਲੋੜਵੰਦਾਂ ਨੂੰ ਰੇਤ ਤੇ ਉਸਦੇ ਥੈਲੇ ਦਿੱਤੇ ਜਾ ਰਹੇ ਨੇ। ਸੈਂਟਰਲ ਔਰਗੈਨਿਕ ਐਮਰਜੈਂਸੀ ਆਪਰੇਸ਼ਨ ਸੈਂਟਰ ਨੀਵੇਂ ਜਾਂ ਹੜ੍ਹਾਂ ਦੇ ਖੇਤਰ ਵਾਲੇ ਰਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਯੋਜਨਾ ਬਣਾਉਣ ਦੇ ਲਈ ਉਤਸ਼ਾਹਿਤ ਕਰ ਰਿਹਾ ਹੈ ਜੇਕਰ ਸਥਾਨਕ ਹੜ੍ਹ ਹੋਰ ਵੀ ਬੱਤਰ ਹੋ ਜਾਂਦੇ ਨੇ। ਪਰ ਇਸ ਸਮੇਂ ਸੂਬੇ ਦੇ ਆਲੇ ਦੁਆਲੇ ਮੀਂਹ ਹੀ ਚਿੰਤਾ ਦਾ ਵਿਸ਼ਾ ਨਹੀਂ ਹੈ। ਦੱਖਣ ਪੂਰਬੀ BC ਦੇ ਵਿੱਚ ਅਲਕਫੋਰਡ ਵਰਗੇ ਭਾਈਚਾਰਿਆਂ ਵਿੱਚ ਬਰਫ਼ ਦੇ ਢੇਰ ਲੱਗ ਗਏ ਨੇ। ਹਾਈਵੇ 3 ਤੇ ਕੋਟੇਨੇ ਦਰਾਂ ਵੀ ਸਰਦੀਆਂ ਦੇ ਮੌਸਮ ਦੇ ਨਾਲ ਪ੍ਰਭਾਵਿਤ ਹੋਈਆਂ ਸੀ ਤੇ ਮਹੱਤਵਪੂਰਨ ਬਰਫ਼ਬਾਰੀ ਕਾਰਨ ਮੰਗਲਵਾਰ ਨੂੰ ਸਵੇਰੇ ਪੱਧਰਾ ਕਰਨਾ ਪਿਆ ਸੀ। ਦੱਸਦੇ ਕਿ ਵੈਨਕੂਵਰ ਆਈਲੈਂਡ ਮਾਊਂਟ ਵਾਸ਼ਿੰਗਟਨ ਫਾਦਰ ਡੇ ਮੌਕੇ ਖੁੱਲ੍ਹਣ ਜਾ ਰਿਹਾ ਹੈ ਸਕੀਇੰਗ ਦੇ ਲਈ ਵੀ, ਤੇ ਜੂਨ ਮਹੀਨੇ ਦੇ ਵਿੱਚ ਬਰਫ਼ਬਾਰੀ ਇੱਕ ਵੱਖਰਾ ਐਕਸਪੀਰੀਅੰਸ ਕਰਵਾ ਰਹੀ ਹੈ BC ਵਾਸੀਆਂ ਨੂੰ।
ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਮਈ ਦੇ ਵਿੱਚ ਘਰਾਂ ਦੀ ਜਿਹੜੀ ਵਿਕਰੀ ਹੈ ਉਹ 22% ਘਟੀ ਹੈ, ਯਾਨੀ ਕਿ ਹਾਊਸਿੰਗ ਮਾਰਕੀਟ ਕਾਫੀ ਠੰਡੀ ਪੈ ਰੱਖੀ ਹੈ। ਜਿਵੇਂ ਹੀ ਵਿਆਜ ਦਰਾਂ ਵਧੀਆਂ ਉਸ ਦਾ ਕਾਫੀ ਹੱਦ ਤੱਕ ਅਸਰ ਹਾਊਸਿੰਗ ਮਾਰਕੀਟ ਤੇ ਦੇਖਣ ਨੂੰ ਮਿਲਿਆ, ਜਿਸ ਕਰਕੇ ਹਾਊਸਿੰਗ ਮਾਰਕੀਟ ਦੇ ਵਿੱਚ ਤਬਦੀਲੀ ਲਗਾਤਾਰ ਆ ਰਹੀ ਹੈ। ਆਓ ਦੇਖਦੇ ਹਾਂ ਹਾਊਸਿੰਗ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੇ ਉਤਾਰ ਚੜ੍ਹਾਅ ਚੱਲ ਰਹੇ ਨੇ। ਮਈ ਦੇ ਵਿੱਚ ਘਰਾਂ ਦੀ ਵਿਕਰੀ ਦੇ ਵਿੱਚ 22% ਦੀ ਗਿਰਾਵਟ ਆਈ, ਕਿਉਂਕਿ ਵਿਆਜ ਦਰਾਂ ਹਾਊਸਿੰਗ ਮਾਰਕੀਟ ਨੂੰ ਠੰਡਾ ਕਰਦੀਆਂ ਨੇ। ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਦੇਸ਼ ਦਾ ਹਾਊਸਿੰਗ ਮਾਰਕੀਟ ਪਿਛਲੇ ਮਹੀਨੇ ਠੰਡਾ ਰਿਹਾ। ਪਿਛਲੇ ਸਾਲ ਨਾਲੋਂ ਘਰਾਂ ਦੀ ਵਿਕਰੀ ਲਗਭਗ 22% ਤੇ ਅਪ੍ਰੈਲ ਤੇ ਮਈ ਦੇ ਵਿਚਕਾਰ ਲਗਭਗ 9% ਘਟੀ ਹੈ। ਸਾਲ ਦਰ ਸਾਲ ਤੇ ਗੈਰ ਮੌਸਮੀ ਵਿਵਸਥਿਤ ਆਧਾਰ ਤੇ ਵਿਕਰੀ 53,720 ਹੋ ਗਈ ਹੈ, ਜੋ ਮਈ 2021 ਦੇ ਵਿੱਚ 68,598 ਤੋਂ ਘੱਟ ਸੀ। ਮਹੀਨੇ ਲਈ ਮੌਸਮੀ ਵਿਵਸਥਿਤ ਵਿਕਰੀ ਕੁੱਲ 42,649 ਰਹੀ, ਜੋ ਅਪ੍ਰੈਲ ਦੇ ਵਿੱਚ 46,644 ਸੀ। CRA ਦੇ ਸੀਨੀਅਰ ਸ਼ੌਨ ਕੈਥਕਾਰਟ ਨੇ ਕਿਹਾ ਕਿ ਆਖਿਰਕਾਰ ਇਹ ਉਮੀਦ ਕੀਤੀ ਗਈ ਹੈ ਕਿ ਕੁਝ ਸਮੇਂ ਲਈ ਭਵਿੱਖਬਾਣੀ ਕੀਤੀ ਗਈ ਹੈ। ਵਿਕਰੀ ਗਤੀਵਿਧੀ ਦੇ ਵਧੇਰੇ ਸਧਾਰਨ ਪੱਧਰਾਂ ਦੇ ਵਿੱਚ ਇੱਕ ਮੰਦੀ ਤੇ ਕੀਮਤਾਂ ਦੇ ਵਿੱਚ ਕਮੀ ਦੇਖੀ ਗਈ ਹੈ। ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਇੱਥੇ ਕਿੰਨੀ ਤੇਜ਼ੀ ਨਾਲ ਪਹੁੰਚੇ। ਜਿਵੇਂ ਕਿ ਓਨਟਾਰੀਓ ਨੇ ਮਾਰਚ ਵਿੱਚ ਗੈਰ ਨਿਵਾਸੀ ਘਰੇਲੂ ਖਰੀਦਾਰਾਂ ਤੇ ਟੈਕਸ ਨੂੰ 15 ਤੋਂ ਵਧਾ ਕੇ 20% ਕਰ ਦਿੱਤਾ ਤੇ ਨੀਤੀ ਨੂੰ ਸਿਰਫ ਗ੍ਰੇਟਰ ਗੋਲਡ ਹਾਰਸ਼ੋ ਦੀ ਬਜਾਏ ਪੂਰੇ ਸੂਬੇ ਲਈ ਵਧਾ ਦਿੱਤਾ। ਪਰ ਨੀਤੀਆਂ ਤੇ ਪੈਚਵਰਕ ਨਾਲੋਂ ਵੀ ਵਧੇਰੇ ਪ੍ਰਭਾਵੀ ਵਿਆਜ ਤੇ ਗਿਰਵੀਨਾਮਾ ਦਰਾਂ ਦੇ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨੂੰ ਅਰਥਸ਼ਾਸਤਰੀ ਬਹੁਤ ਜ਼ਿਆਦਾ ਠੰਡਕ ਦਾ ਕਾਰਨ ਦਿੰਦੇ ਨੇ। ਰੀਅਲਟਰਸ ਹੁਣ ਸੰਭਾਵੀ ਖਰੀਦਾਰਾਂ ਨੂੰ ਪਿਛਲੇ ਮਹੀਨਿਆਂ ਨਾਲੋਂ ਜ਼ਿਆਦਾ ਸੌਦੇਬਾਜ਼ੀ ਕਰ ਰਹੇ ਨੇ, ਜਦੋਂ ਕਿ ਵਿਕਰੇਤਾ ਅਜੇ ਵੀ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਮਾਰਕੀਟ ਕਿਵੇਂ ਬਦਲ ਰਹੀ ਹੈ ਤੇ ਕੁਝ ਆਪਣੇ ਘਰਾਂ ਨੂੰ ਸੂਚੀਬੱਧ ਕਰਨ ਤੋਂ ਵੀ ਪਿੱਛੇ ਹਟ ਰਹੇ ਨੇ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਵਿੱਚ ਵਿਕਰੀ ਵਿੱਚ ਕਮੀ ਬਹੁਤ ਜ਼ਿਆਦਾ ਸੀ, ਪਰ ਮਈ ਦੇ ਅੰਕੜੇ ਅਜੇ ਵੀ ਕੋਵਿਡ-19 ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ 2019 ਦੇ ਦੂਜੇ ਅੱਧ ਵਿੱਚ ਦੇਖੇ ਗਏ ਗਤੀਵਿਧੀ ਦੇ ਪੱਧਰਾਂ ਦੇ ਸਮਾਨ ਨੇ। BC, ਕੈਲਗਰੀ, ਐਡਮਿੰਟਨ, ਗ੍ਰੇਟਰ ਟੋਰਾਂਟੋ ਏਰੀਆ ਤੇ ਔਟਵਾ ਦੇ ਵਿੱਚ ਲੋਅਰ ਮੇਨਲੈਂਡ ਵਰਗੇ ਖੇਤਰਾਂ ਦੀ ਅਗਵਾਈ ਵਾਲੇ ਸਾਰੇ ਸਥਾਨਕ ਬਾਜ਼ਾਰਾਂ ਦੇ 3/4 ਹਿੱਸੇ ਵਿੱਚ ਮਈ ਦੀ ਵਿਕਰੀ ਘੱਟ ਸੀ। ਵਿਕਰੀ ਤੇ ਭਾਰ ਵਧਣ ਦੇ ਨਾਲ ਐਸੋਸੀਏਸ਼ਨ ਨੂੰ ਹੁਣ ਇਸ ਸਾਲ 5,68,288 ਸੰਪત્ਤੀਆਂ ਦੇ ਹੱਥ ਬਦਲਣ ਦੀ ਉਮੀਦ ਹੈ, ਜੋ ਕਿ 2021 ਦੇ ਰਿਕਾਰਡ ਤੋਂ 14.7% ਦੀ ਗਿਰਾਵਟ ਹੈ, ਪਰ ਅਜੇ ਵੀ ਦੂਜਾ ਸਭ ਤੋਂ ਉੱਚਾ ਸਾਲਾਨਾ ਆંકੜਾ ਹੈ। ਇਸ ਨੇ ਭਵਿੱਖਬਾਣੀ ਕੀਤੀ ਹੈ ਕਿ ਵਿਕਰੀ 2023 ਦੇ ਵਿੱਚ 2.8% ਤੋਂ ਵੱਧ ਕੇ 5,52,403 ਘਰਾਂ ਤੱਕ ਪਹੁੰਚ ਜਾਏਗੀ। ਹਾਲਾਂਕਿ ਕੀਮਤਾਂ ਦੇ ਵਿੱਚ ਥੋੜੀ ਰਾਹਤ ਮਿਲੇਗੀ। CRE ਨੇ ਮੌਜੂਦਾ ਅੰਦਾਜ਼ੇ ਮੁਤਾਬਕ ਰਾਸ਼ਟਰੀ ਔਸਤ ਘਰਾਂ ਦੀ ਕੀਮਤ 2022 ਦੇ ਵਿੱਚ ਸਾਲਾਨਾ ਆਧਾਰ ਤੇ 10.8% ਦੀ ਵੱਧ ਕੇ 7,62,386 ਹੋ ਜਾਵੇਗੀ ਤੇ ਸਭ ਤੋਂ ਵੱਧ ਲਾਭ ਮੈਰੀਟਾਈਮ ਪ੍ਰੋਵਿੰਸ ਓਨਟਾਰੀਓ ਤੇ ਕਿਊਬਕ ਤੋਂ ਹੋਣ ਦੀ ਉਮੀਦ ਹੈ। ਫਿਰ ਰਾਸ਼ਟਰੀ ਔਸਤ ਘਰ 2023 ਵਿੱਚ ਹੋਰ ਯਾਨੀ 3.1% ਦੀ ਵੱਧ ਕੇ 7,86,282 ਹੋ ਜਾਏਗੀ। ਮਈ ਵਿੱਚ ਔਸਤ ਮੌਸਮੀ ਅਨੁਕੂਲ ਕੀਮਤ $700 ਤੇ 438 ਤੇ ਰਹਿ ਗਈ ਹੈ, ਜੋ ਅਪ੍ਰੈਲ ਦੇ ਵਿੱਚ 7,28,171 ਤੋਂ ਲਗਭਗ 4% ਘੱਟ ਹੈ। ਔਸਤ ਗੈਰ ਮੌਸਮੀ ਵਿਵਸਥਿਤ ਕੀਮਤ $7,11,316 ਸੀ, ਜੋ ਪਿਛਲੇ ਸਾਲ 6,87,595 ਤੋਂ ਲਗਭਗ 3% ਵੱਧ ਸੀ। ਨਵੀਂ ਸੂਚੀ ਅਪ੍ਰੈਲ ਦੇ ਵਿੱਚ 70,971 ਤੋਂ ਮਈ ਦੇ ਵਿੱਚ 74,145 ਹੋ ਗਈ ਹੈ, ਕਿਉਂਕਿ ਮੌਂਟਰੀਅਲ ਨੇ ਨਵੀਂ ਸਪਲਾਈ ਦੇ ਵਿੱਚ ਵਾਧਾ ਦੇਖਿਆ ਹੈ। ਮੌਸਮੀ ਅਨੁਕੂਲ ਆਧਾਰ ਤੇ 4.5% ਵਧਿਆ ਹੈ। ਗੈਰ ਮੌਸਮੀ ਅਨੁਕੂਲ ਆਧਾਰ ਤੇ ਨਵੀਂ ਸੂਚੀਆਂ ਪਿਛਲੇ ਵਧਦੀਆਂ ਮਈ 2021 ਦੇ ਵਿੱਚ 94,704 ਤੋਂ 6% ਵੱਧ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੇਖਦੇ ਹਾਂ ਸਾਡੇ ਸਹਿਯੋਗੀ ਜਸਕਰਨ ਸਿੰਘ ਦੀ ਘਰਾਂ ਦੀ ਵਿਕਰੀ ਨੂੰ ਲੈ ਕੇ, ਹਾਊਸਿੰਗ ਮਾਰਕੀਟ ਨੂੰ ਲੈ ਕੇ ਇੱਕ ਖਾਸ ਅਪਡੇਟ। ਦੋਸਤੋ, ਅੱਜ ਅਸੀਂ ਗੱਲਬਾਤ ਕਰਨ ਦੇ ਲਈ ਖਾਸ ਗੱਲਬਾਤ ਘਰਾਂ ਦੀ ਮਾਰਕੀਟ ਦੇ ਉੱਤੇ ਕਰਨ ਦੇ ਲਈ ਰਾਇਲੀ ਪੇਜ ਦੇ ਮੈਨੇਜਿੰਗ ਬ੍ਰੋਕਰ ਰਾਜ ਗਿੱਲ ਜੀ ਦੇ ਕੋਲ ਆਏ ਹਾਂ। ਮਾਮਲਾ ਬੜਾ ਸਿੱਧਾ ਆ, ਸਮਝ ਨਹੀਂ ਆ ਰਿਹਾ ਲੋਕਾਂ ਨੂੰ ਇਸ ਵੇਲੇ ਕਿ ਸਥਿਤੀ ਮਾਰਕੀਟ ਦੇ ਵਿੱਚ ਕੀ ਆ। ਕੁਛ ਲੋਕ ਕਹਿੰਦੇ ਆ ਕਿ ਘਰ ਸਸਤੇ ਹੋ ਗਏ ਆ ਤੇ ਇਹ ਹੋਰ ਸਸਤੇ ਹੋ ਜਾਣੇ ਆ। ਕੁਛ ਕਹਿੰਦੇ ਆ ਕਿ ਸੇਲ ਘਟੀ ਆ, ਘਰ ਸਸਤੇ ਨਹੀਂ ਹੋਏ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਪਿਛਲੇ ਦਿਨ ਹੀ ਕਹਿ ਰਹੀ ਸੀ ਕਿ 4 ਦੇ ਵਿੱਚੋਂ ਇੱਕ ਹੋਮ ਓਨਰ ਕਹਿ ਰਿਹਾ ਜੇ ਵਿਆਜ ਦਰਾਂ ਹੋਰ ਵੱਧ ਗਈਆਂ ਸਾਨੂੰ ਘਰ ਵੇਚਣਾ ਪਊਗਾ। ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਆ। ਮਾਰਕੀਟ ਦੇ ਵਿੱਚ ਇਸ ਵੇਲੇ ਹੋ ਕੀ ਰਿਹਾ, ਸਥਿਤੀ ਕੀ ਆ, ਰਾਜ ਗਿੱਲ ਜੀ ਤੋਂ ਜਾਣਦੇ ਹਾਂ। ਰਾਜ ਜੀ, ਸਾਨੂੰ ਦੱਸਿਓ ਇਸ ਵੇਲੇ ਘਰ ਸਸਤੇ ਹੋ ਗਏ, ਜੇ ਮੈਂ ਸਿੱਧਾ ਪੁੱਛਾਂ ਜੀ। ਹਾਂਜੀ ਬਿਲਕੁਲ, ਜੇ ਤੁਸੀਂ ਪਿੱਛੇ ਦੇਖੋ 21 ਤੇ 22 ਦੇ ਵਿੱਚ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ, ਘਰ ਇਸ ਹੱਦ ਤੱਕ ਉੱਪਰ ਗਏ ਸੀਗੇ ਜਿਹੜੀ ਐਜ਼ ਅ ਰੀਅਲਟਰ ਮੈਨੂੰ ਲੱਗਦਾ ਸੀ ਸਾਨੂੰ ਵੀ ਸੈਂਸ ਨਹੀਂ ਬਣਦੀ ਸੀਗੀ। ਡੈਫੀਨੇਟਲੀ ਥੋੜ੍ਹੀਆਂ ਜਿਹੀਆਂ ਪ੍ਰਾਈਸ ਐਡਜਸਟ ਹੋਈਆਂ ਨੇ। ਸੇਲ ਦੇ ਵਿੱਚ ਵੀ ਕੋਈ ਫਰਕ ਪਿਆ? ਹਾਂਜੀ ਬਿਲਕੁਲ, ਸੇਲ ਦੇ ਵਿੱਚ ਫਰਕ ਪਿਆ ਆ, ਕਿਉਂਕਿ ਹੁਣ ਜਿਹੋ ਜਿਹੀਆਂ ਨਿਊਜ਼ ਨੇ ਅਰਾਊਂਡ
ਪਿਛਲੇ ਮਹੀਨੇ ਨਾਲੋਂ ਇਸ ਮਹੀਨੇ ਜਿਹੜਾ ਨਵਾਂ ਸਾਡੇ ਸਟਾਰਟਸ ਆਏ ਨੇ ਬੇਸਡ ਔਨ ਦੈਟ 35% ਜਿਹੜਾ ਆ ਇਸ ਵੇਲੇ ਜਿਹੜੀਆਂ ਸੇਲਸ ਆ ਘੱਟ ਹੋਈਆਂ ਨੇ। ਜੇ ਮੈਂ ਕੀਮਤਾਂ ਦੇ ਮਾਮਲੇ 'ਚ ਪੁੱਛਣਾ ਹੋਵੇ ਵੀ ਕਿੰਨੇ ਕੁ ਘਰ ਸਸਤੇ ਹੋਏ ਆ, ਕੋਈ ਸਟੈਟ ਹੈਗੀ? ਇਹ ਤਾਂ ਕੋਈ ਹਲੇ ਖਾਸ ਸਟੈਟ ਨਹੀਂ ਹੈਗਾ, ਪਰ 7% ਤੱਕ ਅਸੀਂ ਜਿਹੜਾ ਆ ਆਪਣਾ ਰੋਜ਼ ਜਦੋਂ ਐਨਾਲਿਸਿਸ ਕਰਦੇ ਆ 7-8% ਅਸੀਂ ਦੇਖਦੇ ਹਾਂ ਕਿ ਇੱਥੇ ਤੱਕ ਡ੍ਰੌਪ ਹੋਈਆਂ ਨੇ ਪ੍ਰਾਈਸ। ਇਹ ਓਵਰਆਲ ਕੈਨੇਡਾ 'ਚ ਆ ਜਾਂ ਲੋਅਰ ਮੇਨਲੈਂਡ ਦੇ ਵਿੱਚ ਕੋਈ ਖਾਸ ਇਹਦਾ ਵੱਖਰਾ ਬਿਹੇਵੀਅਰ? ਐਕਚੁਅਲੀ ਵੀ ਜੀ ਦੋ ਸਾਈਡ ਨੇ ਇਸ ਪਿਕਚਰ ਦੇ। ਅਫੈਕਟ ਜਿਹੜਾ ਆ ਇਹ ਜੇ ਮੈਂ ਕਹਾਂ ਆਲ ਅਕ੍ਰੋਸ ਕੈਨੇਡਾ ਨਹੀਂ, ਇਟਸ ਆਲ ਅਕ੍ਰੋਸ ਵਰਲਡ। ਪੈਂਡੈਮਿਕ ਦਾ ਅਫੈਕਟ ਆ, ਬਾਕੀ ਵਾਰ ਦਾ ਇਫੈਕਟ ਆ, ਹੋਰ ਚੀਜ਼ਾਂ ਜਿਹੜੀਆਂ ਆ ਮਾਰਕੀਟ ਨੂੰ ਕੰਟਰੋਲ ਕਰ ਰਹੀਆਂ ਨੇ। ਇਟਸ ਨਾਟ ਜਸਟ ਵੀ ਆਪਾਂ ਕੈਨੇਡਾ ਦੇ ਵਿੱਚ ਫੇਸ ਕਰ ਰਹੇ ਹਾਂ। ਕੈਨੇਡਾ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁਣੇ ਤੁਸੀਂ ਨਿਊਜ਼ ਚੈਨਲ 'ਤੇ ਸੁਣਿਆ ਕਿ ਉਹ ਕਰੇ ਚਾਰ ਘਰਾਂ ਦੇ ਵਿੱਚ ਇੱਕ ਹੋਮਓਨਰ ਉਹਦੀ ਆਪਣੇ ਬਾਰੇ ਫੀਅਰ ਆ ਜਾਂ ਪ੍ਰੋਜੈਕਸ਼ਨ ਹੈ ਕਿ ਸ਼ਾਇਦ ਸਾਨੂੰ ਘਰ ਵੇਚਣਾ ਪਵੇ। ਇਟ ਡਿਪੈਂਡਸ ਅਸੀਂ ਕਿੱਥੇ ਰਹਿੰਦੇ ਹਾਂ, ਸਾਡੇ ਜੌਬ ਰਿਸੋਰਸਿਸ ਕੀ ਨੇ। ਜੇ ਆਪਾਂ GDP ਗਰੋਥ ਦੀ ਗੱਲ ਕਰਦੇ ਹਾਂ, ਗਰੋਥ ਕਿੱਥੇ ਆ, ਕਿਹੜੇ, ਮੈਨੂੰ ਇੱਦਾਂ ਲੱਗਦਾ ਹੈ ਕਿ ਜਿਵੇਂ ਜਦੋਂ ਵੀ ਅਸੀਂ ਮਾਰਕੀਟ ਨੂੰ ਦੇਖਦੇ ਹਾਂ ਅਸੀਂ ਇਹ ਦੇਖਦੇ ਹਾਂ ਕਿ ਛੋਟੇ ਸ਼ਹਿਰ ਦੇ ਵਿੱਚ ਜ਼ਿਆਦਾ ਅਫੈਕਟ ਕਰਦਾ ਹੈ ਇਹਨਾਂ ਚੀਜ਼ਾਂ ਦਾ। ਜੇ ਮੈਂ ਕਲੋਨੀ ਦੀ ਗੱਲ ਕਰਾਂ, ਪੰਟਿਕਟਨ ਦੀ ਗੱਲ ਕਰਾਂ, ਜਾਂ ਮੈਂ ਹੋਪ ਦੀ ਗੱਲ ਕਰਾਂ, ਜਾਂ ਚਿਲਾਵੈਕ ਦੀ ਗੱਲ ਕਰਾਂ, ਉਹਦਾ ਇਫੈਕਟ ਸਾਡੇ ਨਾਲੋਂ ਮਾੜਾ ਅਤੇ ਲੰਬਾ ਹੋਣਾ ਆ। ਸਾਡਾ ਰਿਕਵਰੀ ਪੀਰੀਅਡ ਜਿਹੜਾ ਹੈ ਉਹਨਾਂ ਨਾਲੋਂ ਬੈਟਰ ਆ। ਸੋ ਇਸ ਕਰਕੇ ਅਸੀਂ ਡਿੱਗਦੇ ਵੀ ਹੈਗੇ ਆ, ਪਰ ਸਾਡੇ 'ਚ ਉੱਠਣ ਦੀ ਕੈਪੈਸਿਟੀ ਉਹਨਾਂ ਨਾਲੋਂ ਬੈਟਰ ਆ। ਇੱਦਾਂ ਸਮਝਿਆ ਜਾਵੇ ਕਿ ਕਲੋਨਾ ਵਗੈਰਾ ਦੇ ਵਿੱਚ ਘਰ ਇੱਥੇ ਨਾਲੋਂ ਜ਼ਿਆਦਾ ਸਸਤੇ ਹੋਏ? ਹਾਂਜੀ, ਉੱਥੇ ਜਿਹੜਾ ਪ੍ਰਾਈਸ ਆ ਆਪਣਾ ਆਫਿਸ ਦੇ ਕਿਸੇ ਏਜੰਟ ਨੇ ਮਤਲਬ 2 ਡੀਲਾਂ ਕੀਤੀਆਂ ਸਾਈਡ ਬਾਈ ਸਾਈਡ ਪ੍ਰਾਪਰਟੀ ਦੀਆਂ। ਮੈਂ ਜਸਟ ਇੱਕ ਐਗਜ਼ਾਮਪਲ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਵਿਦਆਊਟ ਡਿਸਕਲੋਜ਼ਿੰਗ ਦਾ ਨੇਮ ਐਂਡ ਪ੍ਰਾਪਰਟੀ ਐਡਰੈਸ। ਨਾਲ ਵਾਲੀ ਪ੍ਰਾਪਰਟੀ ਸੇਮ ਲੋਟਸ 7200 ਸਕੁਅਰ ਫੀਟ ਦੀ ਉਹਨਾਂ ਨੇ 4 ਕੁ ਮਹੀਨੇ ਪਹਿਲਾਂ ਆਫਰ ਲਿਖੀ ਸੀਗੀ, ਉਹਦੇ 'ਤੇ ਮਿਲੀਅਨ ਸਮਥਿੰਗ ਦੀ ਉਹਨਾਂ ਦੀ ਆਫਰ ਐਕਸੈਪਟ ਹੋਈ ਸੀਗੀ। ਉੱਥੇ ਹੀ ਉਹਨਾਂ ਦੀ ਜਿਹੜੀ ਸੈਕਿੰਡ ਆਫਰ ਆ 899 ਦੀ ਐਕਸੈਪਟ ਹੋਈ ਆ। ਸੋ ਇਹ ਜਿਹੜਾ ਆ ਇਹ ਇਫੈਕਟ ਆ। ਇੱਥੇ ਜਿਹੜਾ ਸਰੀ ਲੈਂਗਲੀ ਦੇ ਵਿੱਚ ਜੇਕਰ ਮੰਨਿਆ ਜਾਵੇ ਕਿ 1.5 ਮਿਲੀਅਨ ਦਾ ਕੋਈ ਘਰ ਸੀਗਾ, ਹੁਣ ਕਿੰਨੇ ਕੁ ਤਾਂ ਰਹਿ ਗਿਆ ਹੋਊਗਾ? ਦੇਖਦੇ ਪਏ ਆ 13.5 ਦੀ ਰੇਂਜ ਦੇ ਵਿੱਚ ਉਹੋ ਜਿਹੀਆਂ ਪ੍ਰਾਪਰਟੀਜ਼ ਲੈਂਗਲੀ ਦੇ ਵਿੱਚ ਹੁਣ ਜਿਵੇਂ ਨਹੀਂ ਤਾਂ ਸੁਪਨਾ ਹੀ ਹੋ ਗਿਆ ਸੀਗਾ, ਕੁਝ ਦੇਖਣ ਨੂੰ ਨਹੀਂ ਲੱਭਦਾ ਸੀਗਾ ਕਿ 1.2 ਤੱਕ ਤੁਹਾਨੂੰ ਘਰ ਨਹੀਂ ਦਿਖਾਈ ਦਿੰਦਾ ਸੀ, 1.3 ਤੱਕ ਘਰ ਨਹੀਂ ਦਿਖਾਈ ਦਿੰਦਾ ਸੀਗਾ ਅੱਛੀ ਲੋਟ ਵਾਲਾ। ਜਿਹੜਾ ਹੁਣ ਸਾਨੂੰ ਲੱਗਦਾ ਹੈ ਕਿ ਪੋਸੀਬਲ ਹੈਗਾ ਆ ਬਾਇਰਸ ਦੇ ਲਈ ਉਹੋ ਜਿਹਾ ਕੁਝ ਲੱਭਣਾ। ਕੀ ਇਹ ਰਾਈਟ ਟਾਈਮ ਆ ਜੇ ਕਿਸੇ ਨੇ ਘਰ ਲੈਣਾ? ਗੁੱਡ ਕੁਐਸਚਨ। ਆਈ ਥਿੰਕ ਰੀਅਲ ਏਸਟੇਟ ਲਈ ਕਦੇ ਰੋਂਗ ਮਾਰਕੀਟ ਨਹੀਂ ਹੁੰਦੀ, ਚਾਹੇ ਤੁਸੀਂ ਵੇਚਣਾ, ਕਿਉਂਕਿ ਤੁਹਾਡੀਆਂ ਸਰਕਮਸਟੈਂਸਿਸ ਦੇ ਨਾਲ ਅਟੈਚ ਹੁੰਦਾ। ਜੇ ਤੁਸੀਂ ਸਸਤਾ ਵੇਚਦੇ ਹੋ ਤੁਸੀਂ ਸਸਤਾ ਲੈਂਦੇ ਹੋ। ਪਰ ਡੈਫੀਨੇਟਲੀ ਜਿਹੜੇ ਲਿਸਨਰਸ ਜਿਹੜੇ ਵਿਊਅਰਸ ਇਸ ਵੇਲੇ ਦੇਖ ਰਹੇ ਨੇ ਜਿਨ੍ਹਾਂ ਨੇ ਅਪਗ੍ਰੇਡ ਕਰਨਾ ਆ, ਆਈ ਥਿੰਕ ਦਿਸ ਇਜ਼ ਅ ਗੁੱਡ ਮਾਰਕੀਟ ਟੂ ਬਾਏ। ਅਤੇ ਜਿਹੜੇ ਫਸਟ ਟਾਈਮ ਹੋਮ ਬਾਇਰ ਆ ਉਹਨਾਂ ਲਈ ਇਹ ਇੰਨੇ ਕੁ ਸਸਤੇ ਹੋਣਗੇ ਕਿ ਅਫੋਰਡ ਹੋ ਜਾਣਗੇ? ਇਹੋ ਜਿਹਾ ਕੁਛ ਮੇਰੇ ਖਿਆਲ 'ਚ ਸੁਪਨਾ ਹੀ ਆ, ਇਹੋ ਜਿਹਾ ਕੁਛ ਲੱਗਦਾ ਨਹੀਂ ਗਾ, ਕਿਉਂਕਿ ਜੇ ਤੁਸੀਂ ਇਹ ਫੈਕਟਰ ਦੇਖੋ ਕਿ ਕਿੰਨੇ ਕੁ ਹੋਰ ਇਮੀਗ੍ਰੈਂਟਸ ਆ ਰਹੇ ਨੇ, ਉਹਨਾਂ ਨੇ ਇੱਥੇ ਹੀ ਰਹਿਣਾ ਨੇ ਅਤੇ ਘਰਾਂ ਦੀ ਜਿਹੜੀ ਹੈਗੀ ਗਿਣਤੀ ਸਾਡੇ ਕੋਲ ਉਨੀ ਆ। ਉਸ ਹਿਸਾਬ ਨਾਲ ਅਸੀਂ ਕੰਸਟਰਕਸ਼ਨ ਨਹੀਂ ਕਰ ਰਹੇ ਕਿ ਅਸੀਂ ਸਾਰਿਆਂ ਨੂੰ ਅਕੋਮੋਡੇਟ ਕਰ ਸਕੀਏ, ਘਰ ਦੇ ਸਕੀਏ। ਸੋ ਜੇ ਸਾਡੇ ਕੋਲ ਘਰ ਉਨੇ ਹੀ ਨੇ ਅਤੇ ਬੰਦੇ ਵੱਧ ਰਹੇ ਨੇ, ਤੁਸੀਂ ਖੁਦ ਇਮੈਜਿਨ ਕਰ ਸਕਦੇ ਹੋ ਕਿ ਕਿਸ ਡਾਇਰੈਕਸ਼ਨ ਦੇ ਵਿੱਚ ਅਸੀਂ ਜਾ ਰਹੇ ਹਾਂ। ਹਾਂ, ਇਹ ਇਫੈਕਟ ਹੈਗਾ ਆ, ਇਹ ਇਫੈਕਟ ਇਟ ਕੈਨ ਸਟੇ ਅਪ ਟੂ ਅ ਈਅਰ। ਪਰ ਜੇ ਲੋਕਾਂ ਨੂੰ ਇਹ ਲੱਗਦਾ ਕਿ ਇਹੋ ਜਿਹਾ ਇਫੈਕਟ ਸਦਾ ਹੀ ਰਹਿਣਾ, ਇਹੋ ਜਿਹਾ ਇਫੈਕਟ ਸਦਾ ਨਹੀਂ ਰਹਿਣਾ ਹੈਗਾ। ਵੀ ਹਾਂ, ਜਿਨ੍ਹਾਂ ਨੇ ਘਰ ਲੈਣਾ ਹੈ, ਜੇ ਵਿਆਜ ਦੀ ਤੁਹਾਡੀ ਦਰ ਵੱਧ ਜਾਂਦੀ ਆ ਅਤੇ ਅੱਜ ਵਿਆਜ ਸਸਤਾ ਆ, ਇੰਨੇ ਜੇ 10 ਸਾਲ 15 ਸਾਲ ਦੇ ਲਈ ਜਿੰਨਾ ਵਿਆਜ ਥੱਲੇ ਗਿਆ ਹੋਇਆ ਆ, ਡੈਫੀਨੇਟਲੀ ਇਟਸ ਵਰਥ ਵਾਈਲ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਜੈਕਟ ਕੀਤਾ ਜਾ ਸਕਦਾ? ਐਬਸੋਲਿਊਟਲੀ ਇਟਸ ਅ ਨੈਵਰ ਐਂਡਿੰਗ ਸਟੋਰੀ ਆ। ਜੇ ਤੁਸੀਂ ਡਿਪੈਂਡ ਆ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਕੀ ਐਕਸਪੈਕਟ ਕਰਦੇ ਹੋ ਆਪਣੇ ਪ੍ਰੋਜੈਕਟ ਤੋਂ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਦੋਸਤੋ, ਅਸੀਂ ਰਾਜ ਗਿੱਲ ਜੀ ਦੇ ਨਾਲ ਗੱਲਬਾਤ ਕੀਤੀ ਔਰ ਬਹੁਤ ਹੀ ਇੱਕ ਜਿਹੜੀ ਸਹੀ ਮਾਰਕੀਟ ਦੀ ਤਸਵੀਰ ਉਹਨਾਂ ਨੇ ਤੁਹਾਡੇ ਸਾਹਮਣੇ ਰੱਖੀ ਹੈ ਕਿ ਇਸ ਵੇਲੇ ਸਥਿਤੀ ਹੈ ਕਿ ਭਵਿੱਖ ਦਾ ਕਿਸੇ ਨੂੰ ਵੀ ਨਹੀਂ ਪਤਾ ਕਿ ਕਿੱਧਰ ਨੂੰ ਮਾਰਕੀਟ ਜਾਣੀ ਹੈ, ਪਰ ਸਾਨੂੰ ਇਹਦੇ 'ਤੇ ਨਿਗਾਹ ਜ਼ਰੂਰ ਰੱਖਣੀ ਚਾਹੀਦੀ ਹੈ। ਕੈਮਰਾਮੈਨ ਅਮਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਦੱਸਦੀ ਕਿ ਬਹੁਤ ਸਾਰੇ ਵੱਡੇ ਅਜਿਹੇ ਹਵਾਈ ਅੱਡੇ ਨੇ ਜਿੱਥੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਰਮਚਾਰੀਆਂ ਨੂੰ ਜਲਦੀ ਵਾਪਸ ਮੁੜਨ ਲਈ ਕਿਹਾ ਜਾ ਰਿਹਾ ਹੈ, ਯਾਨੀ ਕਰਮਚਾਰੀ ਆਪਣੀ ਡਿਊਟੀ ਤੇ ਦੁਬਾਰਾ ਤੋਂ ਤੈਨਾਤ ਹੋ ਸਕਦੇ ਨੇ। ਇਹ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਵੈਕਸੀਨ ਨਹੀਂ ਕਰਾਈ ਉਹ ਵੀ ਆਪਣੇ ਕੰਮਾਂ ਦੇ ਉੱਤੇ ਵਾਪਸ ਆ ਸਕਦੇ ਨੇ। ਫੈਡਰਲ ਸਰਕਾਰ ਦੇ ਵੱਲੋਂ ਜਿਹੜਾ ਇਹ ਗੱਲ ਐਲਾਨੀ ਗਈ ਹੈ ਕਿ ਇਸ ਵੇਲੇ ਜਿੰਨੇ ਕਰਮਚਾਰੀਆਂ ਦੀ ਲੋੜ ਹੈ ਉਹਨਾਂ ਨੂੰ ਵਾਪਸੀ ਬੁਲਾਇਆ ਜਾਏ, ਬਸ਼ਰਤੇ ਉਹਨਾਂ ਨੇ ਵੈਕਸੀਨ ਲਗਵਾਈ ਹੈ ਜਾਂ ਨਹੀਂ। ਦੱਸਦੇ ਕਿ ਬਹੁਤ ਸਾਰੇ ਅਜਿਹੇ ਕਰਮਚਾਰੀ ਸਨ ਜਿਨ੍ਹਾਂ ਨੂੰ ਵੈਕਸੀਨ ਦਾ ਕਹਿ ਕੇ ਕਿ ਜਿਹੜੀ ਫੁੱਲੀ ਵੈਕਸੀਨੇਟਡ ਹਰ ਕਰਮਚਾਰੀ
ਕਰਮਚਾਰੀ ਹੋਣਾ ਚਾਹੀਦਾ ਹੈ। ਕਈਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਸੀ ਤੇ ਕਈਆਂ ਨੂੰ ਬਿਨਾਂ ਸੈਲਰੀ ਦੇ ਹੀ ਜਿਹੜਾ ਹੈ ਉਹ ਆਪਣੀ ਨੌਕਰੀ ਤੋਂ ਜਾਣਾ ਪੈ ਗਿਆ ਸੀਗਾ। ਵਾਪਸੀ ਉਹਨਾਂ ਨੂੰ ਨਹੀਂ ਬੁਲਾਇਆ ਜਾ ਰਿਹਾ ਸੀ, ਪਰ ਹੁਣ ਜਿਵੇਂ ਹੀ ਕਰਮਚਾਰੀਆਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ ਤਾਂ ਬਿਨਾਂ ਵੈਕਸੀਨ ਤੋਂ ਉਹਨਾਂ ਦੀ ਵਾਪਸੀ ਕਰਵਾਈ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਅਕਤੂਬਰ ਦੇ ਵਿੱਚ ਹੋਰ ਵੀ ਕਾਫੀ ਥਾਵਾਂ ਦੇ ਉੱਤੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਵਾਪਸ ਸੱਦ ਲਿਆ ਜਾਏਗਾ। ਫਾਲ ਦੀ ਛੁੱਟੀ ਦੇ ਮੌਜੂਦ ਅਨਵੈਕਸੀਨੇਟਿਡ ਕਰਮਚਾਰੀ ਸੋਮਵਾਰ ਤੋਂ ਹਵਾਈ ਅੱਡਿਆਂ ਤੇ ਏਅਰਲਾਈਨਾਂ ਤੇ ਕੰਮ ਤੇ ਵਾਪਸ ਆਉਣ ਦੇ ਯੋਗ ਹੋਣਗੇ। ਸੰਭਾਵਤ ਤੌਰ ਤੇ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਆਵਾਜਾਈ ਕੇਂਦਰਾਂ ਨੂੰ ਰੋਜ਼ਾਨਾ ਪਰੇਸ਼ਾਨ ਕਰਨ ਵਾਲੀਆਂ ਰੁਕਾਵਟਾਂ ਨੂੰ ਸੌਖਾ ਕਰ ਸਕਦੇ ਨੇ। ਫੈਡਰਲ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਸੰਘੀ ਤੌਰ ਤੇ ਨਿਰੰਤਰਿਤ ਕਰਮਚਾਰੀਆਂ ਨੂੰ ਸੋਮਵਾਰ ਤੱਕ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕਰਨਾ ਪਵੇਗਾ। ਅਕਤੂਬਰ ਦੇ ਵਿੱਚ ਹਵਾਈ, ਰੇਲ ਤੇ ਸਮੁੰਦਰੀ ਕੰਪਨੀਆਂ ਤੇ ਲਗਾਏ ਗਏ ਆਦੇਸ਼ਾਂ ਨੂੰ ਵਾਪਸ ਲਿਆ ਜਾਏਗਾ। ਗ੍ਰੇਟਰ ਟੋਰਾਂਟੋ 에ਅਰਪੋਰਟ ਅਥਾਰਟੀ ਦਾ ਕਹਿਣਾ ਹੈ ਕਿ ਪੀਅਰਸਨ ਹਵਾਈ ਅੱਡੇ ਤੇ ਕੰਮ ਕਰਨ ਵਾਲੀਆਂ 400 ਤੋਂ ਵੱਧ ਕੰਪਨੀਆਂ ਤੇ ਏਜੰਸੀਆਂ ਦੇ ਸੈਂਕੜੇ ਕਰਮਚਾਰੀਆਂ ਨੂੰ ਇਸ ਸਮੇਂ ਬਿਨਾਂ ਤਨਖਾਹ ਦੇ ਮੁਅੱਤਲ ਕਰ ਦਿੱਤਾ ਗਿਆ ਹੈ। ਅਥਾਰਟੀ ਨੇ ਕਿਹਾ ਹੈ ਕਿ ਮਹਾਮਾਰੀ ਦੌਰਾਨ ਟੋਰਾਂਟੋ ਪੀਅਰਸਨ ਵਰਕਰ ਭਾਈਚਾਰੇ ਵਿੱਚ ਟੀਕਾਕਰਨ ਦੀਆਂ ਦਰਾਂ ਉੱਚੀਆਂ ਰਹੀਆਂ ਨੇ। ਪੀਅਰਸਨ ਈਕੋਸਿਸਟਮ ਦੇ ਵਿੱਚ ਸੈਂਕੜੇ ਕਰਮਚਾਰੀ ਨੇ ਜੋ ਇਸ ਨੀਤੀ ਦੇ ਕਾਰਨ ਪਾਸੇ ਬੈਠੇ ਨੇ ਤੇ ਅਜਿਹੀ ਸਥਿਤੀ ਵਿੱਚ ਜਿੱਥੇ ਅਸੀਂ ਆਪਣੀ ਰਿਕਵਰੀ ਦੇ ਵਿੱਚ ਸਹਾਇਤਾ ਕਰਨ ਦੇ ਲਈ ਹਰ ਸਿੱਖਿਅਕ ਤੇ ਯੋਗ ਸੰਸਥਾ ਦੀ ਵਰਤੋਂ ਕਰ ਸਕਦੇ ਨੇ। ਇਹ ਇੱਕ ਬਹੁਤ ਹੀ ਪੋਜ਼ਿਟਿਵ ਵਿਕਾਸ ਨੂੰ ਦਰਸਾਉਂਦੇ ਨੇ। ਕੈਨੇਡੀਅਨ 에ਅਰਪੋਰਟ ਕੌਂਸਲ ਦੇ ਮੁਖੀ ਮੋਨਟ ਪਾਸ਼ਰ ਦਾ ਕਹਿਣਾ ਹੈ ਕਿ 에ਅਰਪੋਰਟ ਦੀ ਸਭ ਤੋਂ ਭੈੜੀ ਭੀੜ ਨੂੰ ਗਰਮੀਆਂ ਦੀ ਯਾਤਰਾ ਦੇ ਸੀਜ਼ਨ ਤੋਂ ਪਹਿਲਾਂ ਸਾਫ਼ ਕਰ ਦੇਣਾ ਚਾਹੀਦਾ ਹੈ। ਵੈਕਸੀਨ ਦੇ ਆਦੇਸ਼ਾਂ ਕਾਰਨ ਹਵਾਈ ਅੱਡੇ ਦੇ 10% ਕਰਮਚਾਰੀ ਛੁੱਟੀ ਦੇ ਨੇ। ਕੈਨੇਡਾ ਦੀ ਹਵਾਈ ਅੱਡਾ ਸੁਰੱਖਿਆ ਏਜੰਸੀ ਦਾ ਕਹਿਣਾ ਹੈ ਕਿ ਉਸਨੇ ਅਪ੍ਰੈਲ ਤੋਂ ਲੈ ਕੇ ਹੁਣ ਤੱਕ 850 ਤੋਂ ਵੱਧ ਸੁਰੱਖਿਆ ਸਕਰੀਨਰ ਰੱਖੇ ਨੇ, ਜੋ ਕਿ ਕੌਮਾਂਤਰੀ ਯਾਤਰੀਆਂ ਦੇ ਲਈ ਬੇਤਰਤੀਬੇ ਕੋਵਿਡ-19 ਟੈਸਟਾਂ ਨੂੰ ਖਤਮ ਕਰਨ ਦੇ ਨਾਲ ਪਹਿਲਾਂ ਹੀ ਦੇਰੀ ਦੇ ਵਿੱਚ ਸੁਧਾਰ ਕਰ ਰਿਹਾ ਹੈ। ਪੀਅਰਸਨ ਤੋਂ ਇਲਾਵਾ ਕੈਨੇਡਾ ਦੇ ਯਾਤਰੀਆਂ ਦੀ ਭੀੜ ਦਾ ਕੇਂਦਰ ਅਕਸਰ ਦੇਰੀ ਦਾ ਸਾਹਮਣਾ ਕਰਨ ਵਾਲੇ ਹਵਾਈ ਅੱਡਿਆਂ ਵਿੱਚ ਵੈਨਕੂਵਰ, ਮੌਂਟਰੀਅਲ, ਕਿਊਬੈਕ ਸਿਟੀ ਤੇ ਕਲੋਨਾ BC ਵੀ ਸ਼ਾਮਿਲ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿਹਦੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ। ਉਹ ਇਹ ਹੈ ਕਿ UCP ਪਾਰਟੀ ਦੀ ਲੀਡਰਸ਼ਿਪ ਰੇਸ ਜਿਹੜੀ ਆ ਉਹ ਆਰੰਭ ਹੋ ਗਈ ਆ, ਜਿਹਦੇ ਵਿੱਚ ਸੋ ਫਾਰ 8 ਕੈਂਡੀਡੇਟਾਂ ਦੇ ਨਾਂ ਜਿਹੜੇ ਆ ਜੀ ਉਹ ਆ ਰਹੇ ਨੇ। ਤੇ ਕੱਲ ਪਾਰਟੀ ਵੱਲੋਂ ਜਿਹੜੇ ਰੂਲਸ ਰੈਗੂਲੇਸ਼ਨ ਹੈਗੇ ਆ ਇਸ ਲੀਡਰਸ਼ਿਪ ਰੇਸ ਲਈ ਉਹ ਦੱਸੇ ਗਏ। ਉਹਨਾਂ ਵਿੱਚੋਂ ਜਿਹੜੇ ਪਹਿਲੀ ਗੱਲ ਤਾਂ ਹੈਗੀ ਹੈ ਜੀ ਵੀ ਉਹ ਕਹਿੰਦੇ ਹਰੇਕ ਵਿਅਕਤੀ ਜਿਹੜਾ ਵੀ ਐਂਟਰ ਕਰਨਾ ਚਾਹੁੰਦਾ ਰੇਸ ਵਿੱਚ ਉਹਨੂੰ $1.5 ਲੱਖ ਜਮ੍ਹਾਂ ਕਰਾਉਣਾ ਪਏਗਾ ਤੇ $25,000 ਉਹਦੇ ਉੱਤੇ ਜਮ੍ਹਾਂ ਕਰਾਉਣਾ ਪਊ। ਉਹਨੂੰ ਕਹਿੰਦੇ ਜੀ ਕੰਪਲਾਇੰਸ ਮਨੀ। ਕੰਪਲਾਇੰਸ ਮਨੀ ਇਹ ਆ ਵੀ ਜੇ ਤੁਸੀਂ ਇਸ ਕੈਂਪੇਨ ਦੇ ਦੌਰਾਨ ਕੋਈ ਗਲਤ ਕੰਮ ਹੁੰਦਾ ਹੈ ਤੇ ਤੁਹਾਡੇ ਉਹ $25,000 ਵੀ ਗਏ, ਯਾਨੀ ਕਿ ਉਹ ਰਿਟਰਨ ਨਹੀਂ ਹੋ ਸਕਦੇ। ਜਿਹੜਾ $1.5 ਲੱਖ ਹੈਗਾ ਜੀ ਉਹ ਤਾਂ ਪਹਿਲਾਂ ਹੀ ਨਾਨ ਰਿਟਰਨੇਬਲ ਆ ਔਰ 25,000 ਰਿਟਰਨੇਬਲ ਆ, ਪਰ ਤੁਹਾਨੂੰ ਕੰਪਲਾਈ ਕਰਨਾ ਪਏਗਾ। ਅੱਛਾ, ਹੁਣ ਦੂਸਰੀ ਗੱਲ ਉਹਦੀ ਹੈਗੀ ਹੈ ਜੀ ਵੀ ਤੁਹਾਡੇ ਕੋਲ 1000 ਦੇ ਕਰੀਬ ਸਿਗਨੇਚਰ ਹੋਣੇ ਚਾਹੀਦੇ ਆ ਪਾਰਟੀ ਮੈਂਬਰਸ ਦੇ, ਔਰ ਉਹ ਵੀ 200 ਕਰਕੇ 5 ਜਿਹੜੇ ਰੀਜਨ ਹੈਗੇ ਐਲਬਰਟਾ ਦੇ ਉਹਨਾਂ ਦੇ ਵਿੱਚੋਂ ਤੁਹਾਨੂੰ ਉਹ ਸਿਗਨੇਚਰ ਕਰਵਾ ਕੇ ਦੇਣੇ ਪੈਣਗੇ। ਔਰ ਤੀਸਰਾ ਹੈਗਾ ਜੀ ਵੀ ਇੱਕ ਬੜਾ ਕੰਪਰੀਹੈਂਸਿਵ ਜਿਹਾ ਕੁਐਸਚਨੇਅਰ ਆ, ਉਹ ਤੁਹਾਨੂੰ ਕੰਪਲੀਟ ਕਰਨਾ ਪਏਗਾ। ਹੁਣ ਉਹਦੇ 'ਤੇ ਵੱਖਰੀ ਤਰ੍ਹਾਂ ਦੀ ਰਾਏ ਆ ਰਹੀ ਹੈ ਜੀ। ਜਦੋਂ ਤਾਂ ਪਾਰਟੀ ਦੇ ਜਿਹੜੇ ਹੈ ਨੇ ਪ੍ਰੈਜ਼ੀਡੈਂਟ, ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਜੀ ਵੀ ਦੇਖੋ ਅਸੀਂ ਤਾਂ ਇਹ ਵਧੀਆ ਗੱਲਬਾਤ ਕਰ ਰਹੇ ਹਾਂ ਤਾਂ ਕਿ ਬੜੀ ਟਰਾਂਸਪੇਰੈਂਟ ਰਵੇ ਔਰ ਸਾਰਿਆਂ ਲਈ ਜਿਹੜੀ ਆ ਲੋਕ ਇਹਨੂੰ ਜਿਵੇਂ ਕਹਿੰਦੇ ਹੁੰਦੇ ਵੀ ਲੀਡਰਸ਼ਿਪ 'ਚ ਹਿੱਸਾ ਲੈ ਸਕਦੇ ਆ। ਪਰ ਜਿਹੜੇ ਵਿਅਕਤੀ ਰਨ ਕਰ ਰਹੇ ਉਹਨਾਂ ਵਿੱਚੋਂ ਟੌਡ ਲੋਨ ਜਿਹੜੇ ਕਿ ਇੰਡੀਪੈਂਡੈਂਟ MLA ਦੇ ਤੌਰ 'ਤੇ ਬਹਿੰਦੇ, ਉਹ ਕਹਿੰਦੇ ਵੀ ਇਹ ਤਾਂ ਇੱਦਾਂ ਲੱਗਦਾ ਵੀ ਜਿਵੇਂ ਇਹ ਪਾਰਟੀ ਅਲੀਟਿਸਟਾਂ ਦੀ ਹੋਵੇ, ਵੀ ਇੰਨਾ ਪੈਸਾ ਜਿਹੜਾ ਉਹਨਾਂ ਨੇ ਲੈਣਾ ਕਰਿਆ ਹੈਗਾ। ਉਹ ਕਹਿੰਦੇ ਥੋੜ੍ਹਾ ਅਮਾਊਂਟ ਰੱਖਦੇ ਤਾਂ ਕਿ ਜ਼ਿਆਦਾ ਲੋਕ ਇਹਦੇ ਵਿੱਚ ਇਨਵੋਲਵ ਹੁੰਦੇ। ਦੂਸਰੇ ਪਾਸੇ ਲੀਲਾ ਅਹੀਰ ਜਿਹੜੇ ਚੈਸਟਰਮੀਅਰ ਤੋਂ ਹੈ ਨੇ MLA, ਉਹ ਵੀ ਇਸ ਪਾਰਟੀ 'ਚ ਆਉਣਾ ਚਾਹੁੰਦੇ ਆ। ਉਹ ਕਹਿੰਦੇ ਵੀ ਇਹਨਾਂ ਨੇ ਉਹ ਜਿਹੜਾ ਡਿਟੇਲਡ ਗੱਲਬਾਤ ਮੰਗੀ ਹੈ ਉਹਦੇ 'ਚ ਕਹਿੰਦੇ ਜੀ ਸਾਨੂੰ ਜਿਹੜੇ ਤੁਹਾਡੇ ਸੋਸ਼ਲ ਮੀਡੀਆ ਅਕਾਊਂਟਸ ਆ ਉਹ ਸਾਰਿਆਂ ਨੂੰ ਐਕਸੈਸ ਦਿਓ ਸਾਨੂੰ। ਉਹ ਕਹਿੰਦੀ ਵੀ ਮੈਂ ਤਾਂ ਇਹਦੇ ਨਾਲ ਕੰਪਲਾਈ ਨਹੀਂ ਕਰਨਾ ਇਸ ਗੱਲ ਦੇ ਨਾਲ, ਕਿਉਂਕਿ ਜਿਹੜੇ ਵੀ ਲੋਕਾਂ ਨੇ ਤੁਹਾਨੂੰ ਪਹਿਲਾਂ ਕਮੈਂਟ ਭੇਜੇ ਹੁੰਦੇ ਆ ਜਾਂ ਕੋਈ ਗੱਲਬਾਤ ਤੁਹਾਡੇ ਕੰਸਟੀਚੁਐਂਟਸ ਨੇ ਕੀਤੀ ਆ, ਉਹ ਕਹਿੰਦੀ ਵੀ ਮੈਂ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਆ ਉਹਨੂੰ
ਪ੍ਰੋਟੈਕਟ ਕਰਨਾ ਹੁੰਦਾ, ਨਾ ਕਿ ਵੀ ਮੈਂ ਉਹ ਸ਼ਰੇਆਮ ਇਹਨਾਂ ਨੂੰ ਦੱਸਾਂ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ, ਪਰ ਇਹ 8 ਅਕਤੂਬਰ ਨੂੰ ਜਾ ਕੇ ਜਿਹੜਾ ਜੀ ਰਿਜ਼ਲਟ ਆਉਣੇ ਨੇ। 8 ਅਕਤੂਬਰ ਨੂੰ ਪਤਾ ਲੱਗੇਗਾ ਕਿ ਕੌਣ ਬਣਦਾ, ਅਤੇ 20 ਜੁਲਾਈ ਤੱਕ ਜਿਹੜੀ ਡੈਡਲਾਈਨ ਹੈਗੀ ਆ ਜੀ ਉਹ ਇਹਨਾਂ ਨੇ ਜਿਹਨਾਂ ਨੇ ਫਾਈਲ ਕਰਨੇ ਪੇਪਰ, ਉਹਨਾਂ ਦੀ 20 ਜੁਲਾਈ ਆ। ਔਰ ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਜੀ ਵੀ ਜਿਹੜੇ ਵੀ ਵਿਅਕਤੀ ਨੇ ਮਤਲਬ ਇਹ ਪੇਪਰ ਕਰਨੇ ਨੇ ਫਾਈਲ, ਤੇ ਉਹਨੂੰ ਕੰਪਲਾਈ ਜ਼ਰੂਰ ਕਰਨਾ ਪੈਣਾ। ਜੇ ਇਸ ਤਰ੍ਹਾਂ ਮਰਜ਼ੀ ਕਰੇ, ਜੇ ਨਹੀਂ ਕੰਪਲਾਈ ਕਰਦੇ ਤਾਂ ਉਹ ਹੋ ਸਕਦਾ ਪਹਿਲਾਂ ਹੀ ਡਿਸਕੁਆਲੀਫਾਈ ਕਰ ਦਿੱਤੇ ਜਾਣਗੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।